Today, we will start with the poem A Ballad of Sir Pratap Singh by Sir Henry Newbold. Beta, first of all, we want to know ਸਾਨੂੰ ਅਸੀਂ ਇਹ ਜਾਨਣਾ ਚਾਹੁੰਦੇ ਹੋਵਾਂਗੇ that what does the word ballad means. Ballad ਦਾ ਕੀ ਮਤਲਬ ਹੈ ਸਾਡੇ ਵਾਸਤੇ? Ballad means a poem or song narrating a story in short stanzas. यानी बैलेड ਦਾ ਮਤਲਬ ਇੱਕ ਅਜਿਹੀ ਇੱਕ ਕਵਿਤਾ ਹੁੰਦੀ ਹੈ ਜਿਹੜੀ ਛੋਟੇ ਛੋਟੇ ਪੈਰਿਆਂ 'ਚ ਕਿਸੇ ਇੱਕ ਕਹਾਣੀ ਨੂੰ ਜਿਹੜੀ ਹੈ ਨਰੇਟ ਕਰਦੀ ਹੈ ਸਾਨੂੰ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ. So it is a ballad of Sir Pratap Singh. Sir Pratap Singh, a ballad of Sir Pratap Singh है इस poem का नाम. This ballad exposes the folly of Hindu caste system. ये जड़ी ballad है ये जड़ी है हिंदू दी जाति प्रथा दी जड़ी folly है जड़ी foolishness है उस दे बारे जानकारी देंदी है. बेटा, the present poem exposes the and attacks the tyranny of caste system in India and asserts that a man's caste is determined not by his birth but by his actions. यानी ये सानू दसदी है कि इंसान दी जड़ी जात है वो जन्म तो नहीं हुंदी जन्म तो निर्धारित नहीं हुंदी बल्कि ਉਹਦੇ ਕਰਮਾਂ ਤੋਂ ਨਿਰਧਾਰਿਤ ਹੁੰਦੀ ਹੈ. Men of noble heart, irrespective of their birth, belong to one caste. ਜਿਹੜੇ ਇਨਸਾਨ ਚੰਗੇ ਦਿਲ ਦੇ ਹੁੰਦੇ ਹੈ ਉਹ ਆਪਣੇ ਜਨਮ ਦੀ ਜਾਤ ਤੇ ਨਿਰਭਰ ਨਹੀਂ ਕਰਦੇ ਬਲਕਿ ਉਹ ਜਿਹੜੇ ਇਨਸਾਨ ਹੈ ਉਹ ਸਾਰੇ ਵਧੀਆ ਇਨਸਾਨਾਂ ਦੀ ਇੱਕੋ ਜਾਤ ਹੁੰਦੀ ਹੈ. A true soldier is related to all the soldiers of the world. ਜਿਹੜਾ ਸਹੀ ਸਿਪਾਹੀ ਹੈ ਉਹ ਸੰਸਾਰ ਦੇ ਸਾਰੇ ਸਹੀ ਸਿਪਾਹੀਆਂ ਦੀ ਜਾਤ ਨਾਲ ਹੀ ਸੰਬੰਧ ਰੱਖਦਾ ਹੈ. He shares a common bond of valor, courage and brotherhood with all the soldiers. ਉਹ ਹਰੇਕ ਜਿੰਨੇ ਵੀ ਦੁਨੀਆ 'ਚ ਸੈਨਿਕ ਹੋਣਗੇ ਉਹਨਾਂ ਦੇ ਨਾਲ ਸ਼ਾਨ ਵੀ ਉਹਨਾਂ ਦੇ ਨਾਲ ਦੀ ਹੀ ਉਹਦੇ 'ਚ ਹਿੰਮਤ ਵੀ ਹੋਏਗੀ ਔਰ ਉਹਨਾਂ ਦੇ ਨਾਲ ਦਾ ਹੀ ਭਾਈਚਾਰਾ ਵੀ ਹੋਵੇਗਾ. ਸੋ ਹੁਣ ਅਸੀਂ ਪੋਇਮ ਪੜ੍ਹਨੀ ਸ਼ੁਰੂ ਕਰਦੇ ਹਾਂ. ਬੇਟਾ ਧਿਆਨ ਨਾਲ one line by line ਤੁਸੀਂ ਪੋਇਮ ਪੜ੍ਹਨੀ ਹੈ. In the first year of him that first was emperor and king, a rider came to Rose Red House, the house of Pratap Singh. ਦੇਖੋ ਉਸਨੂੰ ਸਮਰਾਟ ਅਤੇ ਰਾਜਾ ਬਣੇ ਅਜੇ ਪਹਿਲਾ ਹੀ ਸਾਲ ਚੱਲ ਰਿਹਾ ਸੀ ਜਦੋਂ ਇੱਕ ਘੁੜਸਵਾਰ ਪ੍ਰਤਾਪ ਸਿੰਘ ਦੇ ਜਿਹੜਾ ਰੋਜ਼ ਰੈਡ ਹਾਊਸ ਸੀ ਜਿਹੜਾ ਗੁਲਾਬ ਦੇ ਫੁੱਲ ਦੀ ਤਰ੍ਹਾਂ ਦਾ ਉਹਦਾ ਘਰ ਸੀ ਉਹਦੇ ਘਰ ਦਾ ਨਾਮ ਸੀ ਰੋਜ਼ ਰੈਡ ਹਾਊਸ ਮਹਿਲ ਦਾ ਨਾਮ ਸੀ ਰੋਜ਼ ਰੈਡ ਹਾਊਸ ਉਹਦੇ ਵਿੱਚ ਉਸ ਨੂੰ ਮਿਲਣ ਆਇਆ. Young he was and an Englishman and a soldier, hilt and heel. Hilt means ਤਲਵਾਰ ਦਾ ਮੁੱਠਾ ਤੁਸੀਂ ਇਹ ਹੈਪੀ ਪ੍ਰਿੰਸ ਚ ਵੀ ਪੜਿਆ ਹੈ. Heel means it ਅੱਡੀ and he struck fire in Pratap's heart as the steel strikes on steel. ਉਹ ਜਿਹੜਾ ਘੁੜਸਵਾਰ ਨੌਜਵਾਨ ਸੀ ਔਰ ਉਹ ਜਾਤ ਤੋਂ ਕੀ ਸੀ ਇੱਕ ਅੰਗਰੇਜ਼ ਵੀ ਸੀ. ਉਹ ਸਿਰ ਤੋਂ ਪੈਰ ਤੱਕ ਪੂਰੀ ਤਰ੍ਹਾਂ ਇੱਕ ਸਿਪਾਹੀ ਸੀ. ਉਸਨੂੰ ਵੇਖ ਕੇ ਪ੍ਰਤਾਪ ਸਿੰਘ ਦੇ ਦਿਲ ਵਿੱਚ ਸਟਰਕ ਫਾਇਰ ਮੀਨਸ ਇੱਕ ਜਵਾਲਾ ਉੱਠੀ ਜਿਵੇਂ ਕਿ ਇੱਕ ਜਦੋਂ ਲੋਹੇ ਨਾਲ ਲੋਹਾ ਟਕਰਾਉਂਦਾ ਹੈ ਫੌਲਾਦ ਨਾਲ ਫੌਲਾਦ ਟਕਰਾਉਂਦਾ ਹੈ ਜਦੋਂ ਉਹ ਚਿੰਗਾਰੀ ਜਿਵੇਂ ਉਦੋਂ ਉੱਠਦੀ ਹੈ ਉਵੇਂ ਹੀ ਉਸ ਬੰਦੇ ਨੂੰ ਦੇਖ ਕੇ ਉਸ ਸੋਲਜਰ ਨੂੰ ਦੇਖ ਕੇ ਪ੍ਰਤਾਪ ਸਿੰਘ ਦੇ ਦਿਲ ਵਿੱਚ ਵੀ ਇੱਕ ਚਿੰਗਾਰੀ ਉੱਠੀ. Next है beneath the morning stars they rode, beneath the evening sun
and their blood sank to them as they rode, that all good wars are won. Beneath means under, नीचे। ਉਹ ਸਵੇਰ ਵੇਲੇ ਤਾਰਿਆਂ ਦੇ ਨੀਚੇ ਇਕੱਠੇ ਰੋਡ ਦਾ ਮਤਲਬ ਘੋੜਸਵਾਰੀ ਕਰਦੇ ਸੀ, ਔਰ ਸ਼ਾਮ ਨੂੰ ਸੂਰਜ ਡੁੱਬਣ ਦੇ ਵੇਲੇ ਵੀ ਉਹ ਇਕੱਠੇ ਹੀ ਘੁੜਸਵਾਰੀ ਕਰਦੇ ਸੀ, ਔਰ ਉਹਨਾਂ ਦਾ ਬਲੱਡ ਮੀਨਸ ਖੂਨ ਇੱਕੋ ਘੁੜਸਵਾਰੀ ਕਰਦੇ ਹੋਏ ਇਹੀ ਗਾਉਂਦਾ ਸੀ ਜਦੋਂ ਘੁੜਸਵਾਰੀ ਕਰਦੇ ਸੀ ਕਿ ਸਾਰੀਆਂ ਵੀ ਜਿੰਨੀਆਂ ਵੀ ਲੜਾਈਆਂ ਉਹਨਾਂ ਨੇ ਲੜੀਆਂ ਉਹ ਇੱਕੋ ਜਿਹੀਆਂ ਹੀ ਹੁੰਦੀਆਂ ਹਨ। They told their tales of love of women, their tales of east and west, but their blood sank that of all their loves, they loved a soldier best. ਉਹਨਾਂ ਨੇ ਉਹ ਇੱਕ ਦੂਜੇ ਨੂੰ ਆਪਣੇ ਆਪਣੇ ਜਿਹੜਾ ਪਿਆਰ ਦੀਆਂ ਕਹਾਣੀਆਂ ਸੁਣਾਉਂਦੇ ਸੀ। ਟੇਲਸ ਦਾ ਮਤਲਬ ਹੁੰਦਾ ਕਹਾਣੀਆਂ। ਈਸਟ ਔਰ ਵੈਸਟ ਦੀਆਂ ਕਹਾਣੀਆਂ ਸੁਣਾਉਂਦੇ ਸੀ, ਯਾਨੀ ਉਹ ਦੱਖਣ ਦੀਆਂ, ਪੱਛਮ ਦੱਖਣ ਸਾਰਿਆਂ ਦੀ ਕਹਾਣੀਆਂ ਸੁਣਾਉਂਦੇ ਸੀ। ਬਟ देयर blood sank that of all their loves, ਪਰ ਉਹਨਾਂ ਦਾ ਦਿਲ ਇੱਕੋ ਜਿਹੀ ਚੀਜ਼ਾਂ ਗਾਉਂਦਾ ਸੀ ਕਿ they loved a soldier best, ਸਾਰੇ ਪ੍ਰੇਮ ਨਾਲੋਂ ਉਹਨਾਂ ਨੂੰ ਇੱਕ ਸੋਲਜਰ ਜਿਹੜਾ ਸੈਨਿਕ ਹੋਣ ਦਾ ਪ੍ਰੇਮ ਸੀਗਾ ਉਹ ਸਭ ਤੋਂ ਜ਼ਿਆਦਾ ਸੀ। So ran their joy and the allotted days, till at the last day's end the shadows tilled the rose red house and the heart of Pertab's friend. Ran ਦਾ ਮਤਲਬ ਹੁੰਦਾ ਭੱਜ ਜਾਣਾ, joy ਦਾ ਮਤਲਬ ਖੁਸ਼ੀ। ਉਹਨਾਂ ਦੀ allotted means ਜਿਹੜੇ allot ਕੀਤੇ ਗਏ ਬਹੁਤ ਥੋੜੇ, ਉਹਨਾਂ ਦੀ ਖੁਸ਼ੀ ਦੇ ਦਿਨ ਭੱਜ ਗਏ। till at last day's end, ਅਖੀਰ ਚ ਜਾ ਕੇ ਉਹ ਦਿਨ ਅੰਤ ਵਿੱਚ ਉਹ ਜਿਹੜੇ ਦਿਨ ਸੀ ਉਹ ਖਤਮ ਹੋ ਗਏ। the shadow stilled means ਬਿਲਕੁਲ stand still ਕਰ ਦੇਣਾ, ਇੱਕ ਬਿਨਾ ਬਿਲਕੁਲ ਖਤਮ ਕਰ ਦੇਣਾ, ਇੱਕ ਜਗ੍ਹਾ ਰੋਕ ਦੇਣਾ। still means ਰੋਕ ਦੇਣਾ। the rose red house ਮਤਲਬ rose red house ਪਹਿਲੇ ਵੀ ਦੱਸਿਆ ਪ੍ਰਤਾਪ ਸਿੰਘ, ਕਿੰਗ ਪ੍ਰਤਾਪ ਸਿੰਘ ਦੇ ਘਰ ਦਾ ਨਾਮ ਸੀ, ਉਹਨਾਂ ਦੇ ਪੈਲੇਸ, ਉਹਨਾਂ ਦੇ ਮਹਿਲ ਦਾ ਨਾਮ ਸੀਗਾ। ਉਹਦੇ ਜਿਹੜਾ ਰੋਜ਼ ਰੈਡ ਹਾਊਸ ਜਿਹੜਾ ਸੀਗਾ, ਜਿਹੜਾ ਉਹਨਾਂ ਦਾ ਅੰਤ ਚ ਜਿਹੜਾ ਸੀ ਮੌਤ ਦੇ ਪਰਛਾਵੇਂ ਨੇ ਉਹਨਾਂ ਦੇ ਰੋਜ਼ ਰੈਡ ਹਾਊਸ ਨੂੰ ਦੇ ਮਹਿਲ ਨੂੰ ਸਵਾ ਦਿੱਤਾ, ਇੱਕ ਜਗ੍ਹਾ ਖੜਾ ਕਰਤਾ, ਅਤੇ ਪ੍ਰਤਾਪ ਦੇ ਮਿੱਤਰ ਨੂੰ ਵੀ ਦਾ ਦਿਲ ਵੀ ਉਸੇ ਤਰ੍ਹਾਂ ਬਿਲਕੁਲ ਸਟਿਲ ਹੋ ਗਿਆ, ਬਿਲਕੁਲ ਖੜ ਗਿਆ। ਦਿਲ ਖੜਨ ਤੋਂ ਮਤਲਬ ਬੇਟਾ ਡੈਥ ਹੋਣਾ। And Peta's friend also died. When morning came in narrow chest, the soldier's face they hid. Hid means chup jana. And over his fast dreaming eyes shut down the narrow lid. ਜਦੋਂ ਸਵੇਰ ਹੋਈ ਤਾਂ ਉਹਨਾਂ ਨੇ ਇੱਕ ਤੰਗ ਬਕਸੇ ਵਿੱਚ, ਨੈਰੋ ਚੈਸਟ ਮੀਨਸ ਤੰਗ ਜੇ ਬਕਸੇ ਵਿੱਚ, ਇਟ ਇਜ਼ ਫॉर coffin। coffin ਹੁੰਦਾ ਬੇਟਾ, ਮੈਂ ਮਤਲਬ ਤੁਸੀਂ ਇਹ ਦੇਖੋ ਆ ਜਿਵੇਂ ਉੱਪਰ ਹੈ ਬਣੀ ਹੋਈ ਫੋਟੋ ਹੈ, ਇੱਕ coffin ਵਿੱਚ ਜਿਹੜਾ ਸੀਗਾ ਇੱਕ ਤੰਗ ਬਕਸੇ ਵਿੱਚ, ਤਾਬੂਤ ਵਿੱਚ ਉਸ ਸੈਨਿਕ ਦੇ ਚਿਹਰੇ ਨੂੰ ਛੁਪਾ ਦਿੱਤਾ ਗਿਆ, ਹਿਡ ਮੀਨਸ ਛੁਪਾ ਦਿੱਤਾ ਗਿਆ, ਅਤੇ ਉਸ ਦੀਆਂ ਡੂੰਘੇ ਸੁਪਨਿਆਂ ਨਾਲ ਜਿਹੜੀਆਂ ਭਰੀਆਂ ਰਹਿੰਦੀਆਂ ਅੱਖੀਆਂ ਸੀ, ਫਾਸਟ ਡ੍ਰੀਮਿੰਗ ਆਈਜ਼ ਮੀਨਸ ਬਹੁਤ ਡੂੰਘੇ ਸੁਪਨਿਆਂ ਚ ਜਿਹੜੀਆਂ ਭਰੀਆਂ ਹੋਈਆਂ ਉਹਦੀਆਂ ਅੱਖਾਂ ਸੀ, ਉਹਦੇ ਉੱਪਰ ਤਾਬੂਤ ਦੇ ਟੰਗ ਟੱਕਣ ਨੂੰ ਬੰਦ ਕਰ ਦਿੱਤਾ ਗਿਆ। ਲਿਡ ਮੀਨਸ ਢੱਕਣ। Three were there of his race and creed, three only and no more, they could not find to bear at the dead, a fourth in all Jodhpur. Three were there, ਉੱਥੇ ਤਿੰਨ ਹੀ ਸੀਗੇ, of his race means ਜਾਤ ਦੇ, ਉਹਦੀ ਜਾਤੀ ਦੇ ਤਿੰਨ ਹੀ ਲੋਕ ਸੀ, ਯਾਨੀ ਉਹ ਇੰਗਲਿਸ਼ ਮੈਨ ਸੀ, ਸ਼ੁਰੂ ਚ ਹੀ ਤੁਹਾਨੂੰ ਦੱਸਿਆ ਬੇਟਾ, ਉਹਦੀ ਜਾਤ ਦੇ ਸਿਰਫ ਤਿੰਨ ਹੀ ਲੋਕ ਸੀਗੇ ਔਰ ਉਸ ਤੋਂ ਜ਼ਿਆਦਾ ਨਹੀਂ ਸੀਗੇ, ਅੰਗਰੇਜ਼ ਤਿੰਨ ਹੀ ਅਵੇਲੇਬਲ ਹੋਏ। They could not find to bear the dead,
उस इंसान नू चक्कन वास्ते, ओदी डेड बॉडी नू, ओदे कफन नू चक्कन वास्ते चौथा बंदा सारे जोधपुर च नहीं मिलिया। O Maharaj of your good race, send us a sweeper here. A sweeper has no caste to lose, even by an alien buyer. ਉਸ ਤੋਂ ਬਾਅਦ ਉਹਨਾਂ ਚੋਂ ਇੰਗਲਿਸ਼ਮੈਨ ਨੇ ਕਿਹਾ ਕਿ ਮਹਾਰਾਜ ਸਾਨੂੰ ਆਪਣੀ ਅੱਛੀ ਜਾਤ ਵਿੱਚੋਂ ਤੁਸੀਂ ਇੱਕ ਸਵੀਪਰ ਦੇ ਦਿਓ। ਸਵੀਪਰ ਮੀਨਸ ਝਾੜੂ ਲਗਾਉਣ ਵਾਲਾ। ਤੁਸੀਂ ਆਪਣੀ ਕੇਵਲ ਤੁਸੀਂ ਆਪਣੀ ਤੁਹਾਡੀ ਬੜੀ ਕਿਰਪਾ ਹੋਏਗੀ ਅਗਰ ਤੁਸੀਂ ਕੋਈ ਭੰਗੀ ਯਾਨੀ ਕੋਈ ਮਤਲਬ ਝਾੜੂ ਲਗਾਉਣ ਵਾਲਾ ਨੀਵੀਂ ਜਾਤ ਦਾ ਬੰਦਾ ਸਾਨੂੰ ਦੇ ਦਿਓ। ਇਹ ਸਵੀਪਰ ਹੈਜ਼ ਨੋ ਕਾਸਟ ਟੂ ਲੂਜ਼। ਜਿਹੜਾ ਝਾੜੂ ਲਗਾਉਣ ਵਾਲਾ ਹੁੰਦਾ, ਜਿਹੜਾ ਭੰਗੀ ਹੁੰਦਾ, ਉਹਦੇ ਕੋਲ ਕੋਈ ਜਾਤ ਨਹੀਂ ਹੁੰਦੀ ਇਹ ਜੀ ਕਿ ਉਹਦੀ ਜਾਤ ਖੋ ਜਾਏਗੀ ਅਗਰ ਉਹ ਕਿਸੇ ਬਾਇਰ ਮੀਨਸ ਡੈਡ ਬੋਡੀ, ਅਗਰ ਉਹ ਕਿਸੇ ਜਿਹੜੀ ਦੂਜੇ ਜਾਤੀ ਦੇ ਵਿਅਕਤੀ ਦੀ ਅਰਥੀ ਨੂੰ, ਬਾਇਰ ਨੂੰ, ਅਰਥੀ ਨੂੰ ਕੰਦਾ ਵੀ ਦੇ ਦੇਵੇ। what need ਕੀ ਲੋੜ ਹੈ, ਕੀ ਲੋੜ ਹੈ, said ਪ੍ਰਤਾਪ ਸਿੰਘ ਨੇ ਕਿਹਾ and bowed his princely head। ਔਰ ਉਹਨਾਂ ਨੇ ਆਪਣਾ ਪ੍ਰਤਾਪ ਸਿੰਘ ਨੇ ਇਹ ਕਹਿੰਦੇ ਹੋਏ ਉਹਨੇ ਆਪਣਾ ਸ਼ਾਹੀ ਸਿਰ ਝੁਕਾ ਲਿਆ। princely head means ਸ਼ਾਹੀ ਸਿਰ ਝੁਕਾ ਲਿਆ। I have no caste, for I myself am bearing forth the dead। ਉਹਨੇ ਕਿਹਾ ਮੇਰੀ ਕੋਈ ਜਾਤ ਨਹੀਂ ਹੈ ਕਿਉਂਕਿ ਮੈਂ ਖੁਦ ਮ੍ਰਿਤਕ ਨੂੰ ਮੋਢਾ ਦੇਣ ਜਾ ਰਿਹਾ ਹਾਂ। ਮੈਂ ਚੌਥਾ ਬੰਦਾ ਬਣ ਰਿਹਾ ਤੁਹਾਡੇ ਨਾਲ ਜਿਹੜਾ ਇਸ ਮ੍ਰਿਤਕ ਨੂੰ ਕੰਦਾ ਦੇਗਾ। O ਮਹਾਰਾਜ, O passionate heart, be wise, bethink you yet, that which you lose today is lost till the last sun shall set। ਉਹਨਾਂ ਨੇ ਕਿਹਾ ਉਹ ਮਹਾਰਾਜ, ਉਹ ਦਇਆ ਤੇ ਭਰੇ ਹੋਏ ਦਿਲ, ਤੁਸੀਂ ਆਪਣੀ ਬੀ ਵਾਈਸ ਸਮਝਦਾਰ ਬਣੋ, ਬੀ ਥਿੰਕ ਕੁਝ ਸੋਚੋ, ਫਿਰ ਵੀ ਕੁਝ ਸੋਚੋ, ਕੁਝ ਵੀ ਅਜੇ ਵੀ ਤੁਸੀਂ ਯੈਟ ਅਜੇ ਵੀ ਤੁਸੀਂ ਕੁਝ ਵਿਚਾਰ ਕਰ ਲਓ। that which you lose today, ਜਿਹੜਾ ਅੱਜ ਤੁਹਾਡਾ ਖੋ ਜਾਏਗਾ, ਅੱਜ ਤੁਸੀਂ ਗਵਾ ਦਿਓਗੇ ਜਿਹੜਾ, ਉਹ ਅਖੀਰੀ ਸੂਰਜ ਡੁੱਬਣ ਤੱਕ ਗਵਾ ਬੈਠੋਗੇ। God only knows, said ਪ੍ਰਤਾਪ ਸਿੰਘ। ਪ੍ਰਤਾਪ ਸਿੰਘ ਨੇ ਕਿਹਾ ਰੱਬ ਜਾਣਦਾ ਹੈ that which I lose today। ਇਹ ਤਾਂ ਕੇਵਲ ਰੱਬ ਜਾਣਦਾ ਹੈ ਕਿ ਅੱਜ ਮੈਂ ਕੀ ਗਵਾ ਬੈਠਾ ਹਾਂ। ਇਹਦਾ ਮਤਲਬ ਸੀ ਕਿ ਉਹਨਾਂ ਨੇ ਅੱਜ ਆਪਣਾ ਸਭ ਤੋਂ ਅੱਛਾ ਦੋਸਤ ਗਵਾਤਾ ਹੈ, ਇਸ ਤੋਂ ਜ਼ਿਆਦਾ ਉਹਨਾਂ ਕੋਲ ਗਵਾਉਣ ਨੂੰ ਹੋਰ ਕੁਝ ਨਹੀਂ ਹੈ। And without me no hand of man shall bear my friend away। ਔਰ ਉਸਦੇ ਮੇਰੇ ਤੋਂ ਇਲਾਵਾ ਕਿਸੇ ਵੀ ਵਿਅਕਤੀ ਦਾ ਹੱਥ, ਕਿਸੇ ਵੀ ਬੰਦੇ ਦਾ ਹੱਥ ਮੇਰੇ ਮਿੱਤਰ ਦੀ ਅਰਥੀ ਨੂੰ ਚੁੱਕ ਕੇ ਨਹੀਂ ਲਜਾਵੇਗਾ। यानी मैं ही अपने मित्र ਨੂੰ ਕੰਧਾ ਦਿਆਂਗਾ। Stately and slow the shoulder high in the sight of all Jodhpur। Stately means ਪੂਰੇ ਜੋਧਪੁਰ ਦੀ ਨਜ਼ਰਾਂ ਦੇ ਸਾਹਮਣੇ ਸ਼ਾਹੀ ਢੰਗ ਨਾਲ, ਸਟੇਟਲੀ ਆਨਰ ਹੁੰਦਾ ਪੁੱਤ ਸ਼ਾਹੀ, ਸ਼ਾਹੀ ਢੰਗ ਨਾਲ ਹੌਲੀ ਹੌਲੀ ਮੋਢਿਆਂ ਦੇ, ਸਲੋ ਦਾ ਸ਼ੋਲਡਰ ਹਾਈ, ਹੌਲੀ ਹੌਲੀ ਮੋਢਿਆਂ ਉੱਪਰ ਚੁੱਕੀ ਹੋਈ ਮ੍ਰਿਤਕ ਦੇਹ ਨੂੰ ਸਾਰੇ ਜੋਧਪੁਰ ਦੇ ਸਾਹਮਣੇ, ਸਾਈਟ ਮੀਨਸ ਦੇਖਦੇ ਹੋਏ ਨਜ਼ਰਾਂ ਦੇ ਸਾਹਮਣੇ, the dead went down the rose red step। ਉਹ ਡੈਡ ਬੋਡੀ ਜਿਹੜੀ ਸੀ, ਉਹਦਾ ਮ੍ਰਿਤਕ ਸ਼ਰੀਰ ਜਿਹੜਾ ਸੀਗਾ, ਉਹ ਬਹੁਤ ਧੀਰੇ ਧੀਰੇ ਉਸ ਰੋਜ਼ ਰੈਡ ਹਾਊਸ ਦੇ ਸਟੈਪ ਤੋਂ, ਪੌੜੀਆਂ ਤੋਂ ਨੀਚੇ ਲਿਆਇਆ ਗਿਆ। upheld by bearer 4। ਜਿਹਨੂੰ bearer means ਚੁੱਕਣ ਵਾਲੇ, ਜਿਹਨੂੰ ਚਾਰ ਨੇ ਹੀ ਚੁੱਕ ਰੱਖਿਆ ਸੀ। when dawn relit the lamp of grief within the burning east, there came a word to Pratap Singh, the soft word of a priest।
when dawn means ਸਵੇਰੇ ਦਾ time, ਤੜਕੇ ਜਿਹਨੂੰ ਕਹਿੰਦੇ ਹੋ, ਜਦੋਂ ਅਗਲੀ ਸਵੇਰ ਚੜ੍ਹਨ ਤੇ ਬਲਦੀ ਹੋਈ ਪੂਰਬ ਦਿਸ਼ਾ ਵਿੱਚ ਸੂਰਜ ਰੂਪੀ ਦੁੱਖ ਦਾ ਦੀਪਕ ਦੁਬਾਰਾ ਚਮਕਣ ਲੱਗਾ। ਰੀਲਿਟ ਦਾ ਲੈਂਪ ਆਫ ਗ੍ਰੀਫ, ਲੈਂਪ ਹੁੰਦਾ ਹੈ ਸੂਰਜ ਨੂੰ ਕਿਹਾ ਗਿਆ ਕਿ ਦੁਬਾਰਾ, ਗ੍ਰੀਫ ਮੀਨਸ ਦੁੱਖ, ਸੈਡਨੈਸ ਦਾ, ਦੁੱਖ ਦਾ, ਜਦੋਂ ਸੂਰਜ ਦੁਬਾਰਾ ਚਮਕਣ ਲੱਗਾ ਜਲਦੇ ਹੋਏ, ਈਸਟ ਮੀਨਸ ਪੂਰਬ ਦਿਸ਼ਾ ਵਿੱਚ ਦੁਬਾਰਾ ਜਲਣ ਲੱਗਾ। ਦੇਅਰ ਕੇਮ ਏ ਵਰਡ ਟੂ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਨੂੰ ਇੱਕ ਸ਼ਬਦ ਕਿਹਾ ਗਿਆ, ਦਾ ਸੌਫਟ ਵਰਡ ਆਫ ਏ ਪ੍ਰੀਸਟ, ਇੱਕ ਪੁਜਾਰੀ ਦਾ ਬੜਾ ਹੀ ਨਿਮਰਤਾ ਪੂਰਵਕ ਸੁਨੇਹਾ ਪ੍ਰਾਪਤ ਹੋਇਆ। He woke, and even as he woke, he went forth all in white. ਉਹ ਜਾਗਿਆ ਔਰ ਵੈਸੇ ਉਹ ਉੱਠਿਆ ਅਤੇ ਜਾਗਦੇ ਹੀ ਪੂਰੇ ਸਫੇਦ ਵਸਤਰ ਪਹਿਨੇ ਹੋਏ ਬਾਹਰ ਆਇਆ। And saw the Brahmins bowing there in the hard morning light. ਉਹਨੇ ਦੇਖਿਆ ਕਿ ਉਹਦੇ ਸਾਹਮਣੇ ਬ੍ਰਾਹਮਣ, ਬੋ ਮੀਨਸ ਝੁਕਣਾ, ਝੁਕੇ ਹੋਏ ਸੀਗੇ। ਸਵੇਰ ਦੀ ਜਿਹੜੀ ਰੋਸ਼ਨੀ ਸੀ, ਬ੍ਰਾਹਮਣਾਂ ਨੇ ਸਿਰ ਨਿਵਾਏ ਹੋਏ, ਉਹਨੇ ਉੱਥੇ ਆ ਕੇ ਬ੍ਰਾਹਮਣਾਂ ਨੂੰ ਖੜਾ ਦੇਖਿਆ। Alas, O Maharaj, alas, O noble Pratap Singh, for here in Jodhpur yesterday befell a fearful thing. बहुत अलास मीन्स अफसोस होना। महाराज बड़ा अफसोस है, बहुत अफसोस है। ओ नोबल प्रताप सिंह, ओ सज्जन आत्मा वाले प्रताप सिंह, कल इथे, फॉर हियर इन जोधपुर, यस्टरडे मीन्स बीत गया जड़ा कल, कल इथे बीते हुए कल विच जोधपुर विच बिफेल, एक बिफेल मीन्स गिरी है, ए फीयरफुल थिंग, मतलब इथों मतलब है कि एक बड़ी ही भयानक गल वापर गई है। ओ हियर इन जोधपुर यस्टरडे ए fearful thing befell, a fearful thing, said प्रताप सिंह। हाँ, इत्थे कल जोधपुर विखे एक बड़ी की भयानक गल वापरी है। हाँ, एक बड़ी भयानक गल वापरी है, प्रताप सिंह ने कहा। God and my heart know well, या तो इस गल दा रब नू पता है, प्रताप सिंह ने कहा, या फिर मेरे दिल नू पता है। I lost a friend more fearful yet. देखो बेटा पीछे साइन ऑफ एक्सक्लेमेशन है। वो कहता है मेरा दोस्त चला गया, मैं अपना दोस्त खो दिता, कि इस तो भी कोई भयानक गल हुई है, इस तो भयानक भी। When down these steps you passed, in sight of all Jodhpur you lost, O Maharaj, your caste. मैं एक मित्र गवा बैठा हूं, इस तो वध भयानक गल हुई है। ਜਦੋਂ ਪੂਰੇ ਜੋਧਪੁਰ ਦੀ ਨਜ਼ਰਾਂ ਦੇ ਸਾਹਮਣੇ, ਹੁਣ ਉਹ ਬੰਦਿਆਂ ਨੇ ਕਿਹਾ, ਇਹਨਾਂ ਪੌੜੀਆਂ ਹੇਠ ਤੁਸੀਂ ਤੁਰਦੇ ਗਏ ਸੀ ਤਾਂ ਉਹ ਮਹਾਰਾਜ ਤੁਸੀਂ ਆਪਣੀ ਜਾਤ ਗਵਾ ਬੈਠੇ ਹੋ। Then they leapt the light in Pratap's eye. ਉसी ਸਮੇਂ बेटा ये जंप ਦੇ ਸੈਂਸ ਵੀ ਯੂਜ਼ ਹੁੰਦਾ, ਇੱਕਦਮ ਚਮਕ ਗਈਆਂ ਪ੍ਰਤਾਪ ਸਿੰਘ ਦੀ ਅੱਖਾਂ। ਉਹ ਕੋਈ ਖੁਸ਼ੀ ਨਾਲ ਨਹੀਂ ਚਮਕੀਆਂ, ਬਲਕਿ as a flame of leaps of smoke, ਜਿਵੇਂ ਕਿ ਉਹਨਾਂ ਦੀ ਅੱਖਾਂ ਵਿੱਚ ਇੱਕ ਜਵਾਲਾ ਚਮਕ ਪਈ ਹੋਵੇ। Thou priest, ਕਹਿੰਦੇ ਤੂੰ ਪੁਜਾਰੀ, thy soul hath never known, ਕਿ ਤੇਰੀ ਆਤਮਾ ਨੇ ਬਿਲਕੁਲ ਵੀ ਤੁਹਾਡੀ ਆਤਮਾ ਨੂੰ ਇਹ ਸ਼ਬਦਾਂ ਦਾ ਕਦੀ ਸਮਝ ਨਹੀਂ ਆ ਸਕਦਾ ਜੋ ਤੇਰੇ ਬੁੱਲਾਂ ਤੋਂ ਨਿਕਲ ਰਹੇ ਹਨ। ਜਿਹੜੇ ਸ਼ਬਦ ਤੇਰੀ ਬੁੱਲਾਂ ਤੋਂ ਨਿਕਲ ਰਹੇ ਹਨ, ਪ੍ਰਤਾਪ ਸਿੰਘ ਨੇ ਕਿਹਾ, ਤੈਨੂੰ ਪੁਜਾਰੀ ਉਹਨਾਂ ਗੱਲਾਂ ਦਾ ਅਰਥ ਕਦੀ ਸਮਝ ਨਹੀਂ ਆ ਸਕਦਾ। ਮਾਈ ਕਾਸਟ, ਮੇਰੀ ਜਾਤ, ਪ੍ਰਤਾਪ ਸਿੰਘ ਨੇ ਕਿਹਾ। नो यू देयर इज अ कास्ट, नो मीन्स जानना, ਤੈਨੂੰ ਪਤਾ ਹੈ ਇੱਕ
ਇੱਥੇ ਜਾਤ ਹੈ above my caste or thine, तेरी और मेरी दोनों दी जात तो ऊपर एक जात है। ब्राह्मण एंड राजपूत आर but dust, जिदे सामने ब्राह्मण या फिर राजपूत सिर्फ मिट्टी वांग है। टू दैट इमोर्टल लाइन, ਜਿਹੜੀ मतलब ਉਹ ਜਾਤ ਅਜਿਹੀ ਜਾਤ ਹੈ ਜਿਹੜੀ ਮਰਨ ਇਮੋਰਟਲ ਹੁੰਦਾ ਬੇਟਾ, ਜਨਮ ਔਰ ਮ੍ਰਿਤਿੂ ਤੋਂ ਪਰੇ। ਉਹ ਜਨਮ ਔਰ ਮ੍ਰਿਤਿੂ ਦੀ ਲਾਈਨ ਤੋਂ ਪਰੇ ਦੀ ਜਾਤ ਹੈ, ਜਿਹੜੀ ਮੇਰੀ ਜਾਤ ਹੈ, ਤੇਰੇ ਬ੍ਰਾਹਮਣ ਤੋਂ ਰਾਜਪੂਤ ਤੋਂ ਵੀ ਉੱਪਰ ਦੀ ਜਾਤ ਹੈ। ਵਾਈਡ ਐਜ਼ ਦ ਵਰਲਡ, free as the air, pure as the pool of death, the caste of all earth's noble hearts is the right soldier's faith। ਇੱਕ ਸੱਚੇ ਸੈਨਿਕ ਦੀ ਜਾਤ, ਸੰਸਾਰ ਜਿੰਨੀ ਵਿਸ਼ਾਲ, ਵਾਈਡ, ਵਾਈਡ ਮੀਨਸ ਵਿਸ਼ਾਲ, ਫੈਲੀ ਹੋਈ, ਸੰਸਾਰ ਜਿੰਨੀ ਫੈਲੀ ਹੋਈ। then free as air, यानी हवा वांग आजाद, pure as pool of death, मौत दे सरोवर दे वांग, पूल मीन सरोवर दे वांग पवित्र हुंदी है। is the right soldier's faith, और ਇਹ ਪੂਰੀ ਧਰਤੀ ਨੂੰ ਦੇ ਸੱਜਣ ਪੁਰਖਾਂ ਦੀ ਜਾਤ ਹੁੰਦੀ ਹੈ। यानी humanity is the real